श्री अकाल जी, मेरा नाम विपुल उज्जवल है ਅਤੇ मैं स्टेट कोविड कंट्रोल रूम का मैंबर हाँ। आज मैं ਤੁਹਾਡੇ सामने ਜਿਹੜੀ ਅਸੀਂ ਰੋਜ਼ਾਨਾ ਮੀਡੀਆ ਦੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਉਹ ਲੈ ਕੇ ਹਾਜ਼ਰ ਹੋਇਆ ਹਾਂ। ਅੱਜ ਜਾਣਕਾਰੀ ਸਾਂਝੀ ਕਰਨ ਦਾ 38ਵਾਂ ਦਿਨ ਹੈ। ਹੁਣ ਤੱਕ ਕੋਰੋਨਾ ਵਾਇਰਸ ਨੇ ਵਿਸ਼ਵ ਭਰ ਵਿੱਚ ਲਗਭਗ 31,52,000 ਲੋਕਾਂ ਨੂੰ ਸੰਕਰਮਿਤ ਕੀਤਾ ਹੈ ਅਤੇ ਲਗਭਗ 2,18,000 ਮੌਤਾਂ ਦਾ ਕਾਰਨ ਬਣਿਆ ਹੈ। भारत में इसने 31,332 लोगों को संक्रमित किया है, जिसके विच 1,008 मौतें शामिल हैं। पंजाब सरकार ने पंजाब सूबे में जिहड़ा कर्फ्यू है उसकी मियाद बढ़ा के 17 मई तक कर दी गई है। इस संबंध में सरकार ने कुछ एक सहूलतां भी रिलैक्सेशन भी लोगों को दिते हैं। ये जिहड़ी छोटा है ये जिहड़े कंटेनमेंट जोन रेड जोन्स या जिहड़े साडे हॉटस्पॉट वाले एरियाज है उन्हां ते लागू नहीं होणगे ਅਤੇ इन्हां जोनां 'ਚ ਜਿਹੜੀ भी ਸਾਡੀ ਸੇਫਟੀ प्रोटोकॉल ਜਿਹੜੀ कोरोना वायरस ਦੀ है ਤੇ ਸਰਕਾਰ ਦੀਆਂ ਜਿਹੜੀ ਵੱਖਰੀ ਸੇਫਟੀ गाइडलाइंस ਹੈਲਥ गाइडलाइंस आंदी है वो लागू रहणगीਆਂ। सरकार ने यह भी फैसला किया है कि कुछ दुकानें सवेरे 7 तो लेकर 11 बजे तक खुलियां रहणगीਆਂ, लेकिन यह भी स्पष्ट किया है कि ਜਿਹੜੀ खुलण वाली दुकानां है इन्हां नूं सारियां सरकार ਦੀਆਂ हिदायतां ਅਤੇ ਸੇਫਟੀ ਦੀ ਜਿਹੜੀ भी कोरोना वायरस संबंधी प्रोटोकॉल्स आंदी है भावें केंद्र सरकार दी होवे भावें सूबे की सरकार दी होवे वो मानना जरूरी होगा। सरकार ने यह भी दोहराया है कि कंटेनमेंट जोन या हॉटस्पॉट में किसी भी औद्योगिक सरगर्मी की इजाजत नहीं दी जाएगी। हालांकि ਜਿਹੜੇ ਬਾਕੀ ਖੇਤਰ ਜਿੱਥੇ ਕਿ ਇਸ ਤਰ੍ਹਾਂ ਦੇ ਹੌਟਸਪੌਟ ਜਾਂ ਰੈੱਡ ਜ਼ੋਨਸ ਨਹੀਂ ਆਇਡੈਂਟੀਫਾਈਡ ਹੈ ਉੱਥੇ ਸਰਕਾਰ ਦੀਆਂ ਦਿਸ਼ਾ ਨਿਰਦੇਸ਼ਾਂ ਅਨੁਸਾਰ औद्योगिक ਇਕਾਈਆਂ ਨੂੰ ਚਾਲੂ ਕਰਨ ਦੀ ਤੇ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। और पंजाब सरकार ने दूसरी दिशा में रह रहे और फंसे हुए नागरिक जिहड़े कि वापस पंजाब लौटना चाहते हैं उन्होंने रिक्वेस्ट की है, विनती की है कि जेकर वो वापस आना चाहते हैं तो साडी वैबसाइट है www.covidhelp.punjab.gov.in ते जाकर अपने आप को रजिस्टर करवा सकते हैं जे वो वापस आना चाहते हैं दूसरे देशों तो। ਜਿਹੜੇ ਲੋਕਾਂ ਨੇ ਇਸ ਲਈ ਡਿਸਟ੍ਰਿਕਟ ਦੀ ਜ਼ਿਲ੍ਹੇ ਦੀ ਜਿਹੜੀ ਹੈਲਪਲਾਈਨਾਂ ਤੇ ਖੁਦ ਨੂੰ ਪਹਿਲੇ ਰਜਿਸਟਰ ਕਰਵਾਇਆ ਹੋਇਆ ਹੈ ਉਹਨਾਂ ਨੂੰ ਵਾਪਸ ਵੀ ਅਪਲਾਈ ਕਰਨ ਦੀ ਮੁੜ ਅਰਜ਼ੀ ਦੇਣ ਦੀ ਲੋੜ ਨਹੀਂ ਹੈ। ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਸ਼ੱਕੀ ਮਾਮਲੇ ਦੇ ਨਮੂਨੇ ਦੀ ਜਾਂਚ ਕਰ ਰਹੀ ਹੈ। ਪੰਜਾਬ ਸਰਕਾਰ ਨੇ ਇਸ ਲਈ ਟੈਸਟ ਲਈ ਕੁੱਲ 18,700 ਨਮੂਨੇ ਭੇਜੇ ਸਨ। ਉਹਨਾਂ ਚੋਂ ਲਗਭਗ 15,700 ਨਮੂਨੇ ਜਿਹੜੇ ਹੈ ਉਹ ਨੈਗੇਟਿਵ ਪਾਏ ਗਏ ਹਨ। ਕੁੱਲ ਜਿਹੜੇ 375 ਜਿਹੜੇ ਨਮੂਨੇ ਹੈ ਉਹ ਪੋਜ਼ਿਟਿਵ ਪਾਏ ਗਏ ਨੇ। कल तक ये ਜਿਹੜਾ आंकड़ा ਸੀਗਾ ਉਹ 342 ਦਾ ਸੀਗਾ। ਬਦਕਿਸਮਤੀ ਦੇ ਨਾਲ ਹੁਣ ਤੱਕ 19 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅੱਜ ਕੋਈ ਵੀ ਮੌਤ ਦਾ ਨਵਾਂ ਮਾਮਲਾ ਸਾਡੇ ਸਾਹਮਣੇ ਨਹੀਂ ਆਇਆ ਹੈ। ਇਸ ਤੋਂ ਬਾਅਦ ਇੱਕ ਕਈ ਵਾਰ ਆਪ ਜੀ ਨੂੰ ਪਤਾ ਹੈ ਪਿਛਲੇ ਦਿਨਾਂ ਤੋਂ ਅਸੀਂ ਸਵਾਲ ਜਵਾਬਾਂ ਦਾ ਸਿਲਸਿਲਾ ਵੀ ਕਰਦੇ ਹੁੰਦੇ ਨੇ ਤੇ ਸਾਨੂੰ ਜਿਹੜੇ ਵੱਖਰੇ ਸੋਸ਼ਲ ਪਲੇਟਫਾਰਮਾਂ ਤੋਂ ਜਿਹੜੇ ਸਵਾਲ ਪ੍ਰਾਪਤ ਹੁੰਦੇ ਹਨ ਉਹਨਾਂ ਦੇ ਬਾਰੇ ਸਰਕਾਰ ਦੀਆਂ ਜਿਹੜੀ ਹਦਾਇਤਾਂ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਹੁਣ ਜਿੱਦਾਂ ਅਸੀਂ ਆਪਣੇ ਬੁਲੇਟਿਨ ਸ਼ੇਅਰ ਕੀਤਾ ਕਿ ਜਿਹੜੀ ਉਦਯੋਗਿਕ ਸਰਗਰਮੀ ਦੀ ਇਜਾਜ਼ਤ ਕੁਝ ਏਰੀਆ ਜਿੱਥੇ ਹੌਟਸਪੌਟਸ ਨਹੀਂ ਹੈ ਉੱਥੇ ਦਿੱਤੀ ਜਾ ਰਹੀ ਹੈ। तो इंडस्ट्रियल जोनां 'ਚ ਜਿਹੜੇ ਕੰਮ ਕਰਨ ਵਾਲੇ ਲੋਕ ਹੈ ਕਿ ਬਾਕੀ ਜਿਹੜੇ ਇੰਡਸਟਰੀਲਿਸਟ ਹੈ ਉਹਨਾਂ ਦੀ ਸਹੂਲਤ ਲਈ ਸਰਕਾਰ ਨੇ ਕੁਝ ਹਦਾਇਤਾਂ ਜਿਹੜੀ ਸੇਫਟੀ ਪ੍ਰੋਟੋਕॉल्स ਹੈ ਉਹ ਸ਼ੇਅਰ ਕੀਤੀ ਹੈ। ਲੋਕਾਂ ਨੇ ਸਾਨੂੰ ਤੋਂ ਪੁੱਛਿਆ ਕਿ ਫੈਕਟਰੀਆਂ 'ਚ ਕੰਮ ਕਰਨਾ ਕਿੰਨਾ ਸੁਰੱਖਿਅਤ ਹੈ ਉਹਦੇ ਬਾਰੇ ਅਸੀਂ ਦੱਸਣਾ ਚਾਹੁੰਦੇ ਨੇ ਕਿ ਜੇ ਤੁਸੀਂ ਸੇਫਟੀ ਪ੍ਰੋਟੋਕॉल्स ਦੀ ਜਿਹੜੀ ਸਾਡੀ ਹੈ ਉਹਨਾਂ ਦੀ ਤੁਸੀਂ ਫੋਲੋ ਕਰੋਗੇ ਉਹਨਾਂ ਨੂੰ तो ये जिहड़ा है कोरोना वायरस है वो तो तुसी बचे रहोगे। कुछ एक जनरल इंस्ट्रक्शंस ने वो हर थां ते लागू होंदी ने, भावें वो इंडस्ट्री होवे भावें बैंक होवे भावें अपना घर होवे। वो प्रोटोकॉल्स इंडस्ट्रीज पे भी लागू रहणगीਆਂ। ਇਹ बेसिक ਹੁੰਦੀਆਂ ਜਿੱਦਾਂ कि हैंड हाइजीन यानी अपने हत्थां ਨੂੰ ਸਾਫ਼ ਰੱਖਣਾ। ਹੱਥਾਂ ਦੀ ਸਫਾਈ ਆਪਾਂ ਸਾਬਣ ਜਾਂ ਸੈਨੀਟਾਈਜ਼ਰ ਦੋਨਾਂ ਦੇ ਰਾਹੀਂ ਕਰ ਸਕਦੇ ਹਾਂ। ਸਾਬਣ ਦੇ ਨਾਲ ਆਪਾਂ ਘੱਟੋ ਘੱਟ 20 ਸੈਕਿੰਡ ਤੇ ਸੈਨੀਟਾਈਜ਼ਰ ਨਾਲ 40 ਸੈਕਿੰਡ ਆਪਾਂ ਨੂੰ ਆਪਣੇ ਹੱਥਾਂ ਨੂੰ ਸਾਫ਼ ਕਰਨਾ ਹੈ। ਇਹ ਜ਼ਰੂਰ ਧਿਆਨ ਰੱਖਣਾ ਹੈ ਕਿ ਕਈ ਵਾਰ ਆਪਣੇ ਹੱਥ ਆਪਾਂ ਨੂੰ ਸਾਫ਼ ਦਿਸਦੇ ਹੁੰਦੇ ਹਨ ਲੇਕਿਨ ਹੁੰਦੇ ਨਹੀਂ ਹੈ। ਸੋ ਇਹ ਲਗਭਗ 2-2 ਘੰਟੇ ਬਾਅਦ ਆਪਾਂ ਨੂੰ ਆਪਣੇ ਹੱਥਾਂ ਦੀ ਸਫਾਈ ਦਾ ਧਿਆਨ ਰੱਖਣਾ ਹੈ। ਦੂਜਾ ਹੈ ਮਾਸਕ ਹਰ ਵੇਲੇ ਚਿਹਰੇ ਤੇ ਰਹਿਣਾ ਚਾਹੀਦਾ ਹੈ ਜਦੋਂ ਤੁਸੀਂ ਘਰ ਤੋਂ ਬਾਹਰ ਹੋ। ਇਹ ਜਿਹੜਾ ਮਾਸਕ ਹੈ ਇਹ ਜ਼ਰੂਰੀ ਨਹੀਂ ਹੈ ਕਿ ਟ੍ਰਿਪਲ ਲੇਅਰ ਜਾਂ ਕੋਈ ਹੋਰ N95 ਤਰ੍ਹਾਂ ਦਾ ਹੋਵੇ। ਇਹ ਸਿੰਪਲ ਕੱਪੜੇ ਦਾ ਸੂਤੀ ਮਾਸਕ ਵੀ ਹੋ ਸਕਦਾ ਹੈ। ਇਹ ਜ਼ਰੂਰ ਧਿਆਨ ਰੱਖਣਾ ਹੈ ਕਿ ਤੁਹਾਡਾ ਨੱਕ ਤੇ ਮੂੰਹ ਪੂਰਾ ਕਵਰ ਕਰੇ ਅਤੇ ਘਰ ਪਹੁੰਚ ਕੇ ਇਹਨੂੰ ਰੋਜ਼ਾਨਾ ਜੇ ਇਹ ਧੋਣ ਵਾਲਾ ਮਾਸਕ ਹੈ ਤਾਂ ਇਹਨੂੰ ਰੋਜ਼ਾਨਾ ਤੁਸੀਂ ਸਾਬਣ ਨਾਲ ਧੋ ਕੇ ਫਿਰ ਇਹਦਾ ਵਾਪਸ ਇਸਤੇਮਾਲ ਕਰਨਾ ਹੈ। ਇਸ ਤੋਂ ਇਲਾਵਾ ਇੱਕ ਬੇਸਿਕ ਸਮਾਜਿਕ ਦੂਰੀ ਸੋਸ਼ਲ ਡਿਸਟੈਂਸਿੰਗ ਤੁਸੀਂ ਮੇਨਟੇਨ ਕਰਨੀ ਹੈ ਜਿਹੜੀ ਘੱਟੋ ਘੱਟ 1 ਮੀਟਰ ਹੋਣੀ ਚਾਹੀਦੀ ਹੈ। ਅਤੇ ਇੱਕ ਰੈਸਪੀਰੇਟਰੀ ਐਟੀਕੇਟਸ ਯਾਨੀ ਜਦੋਂ ਵੀ ਤੁਹਾਨੂੰ ਖੰਘ ਜਾਂ ਛੀਂਕ ਆਏ ਤੁਹਾਨੂੰ ਇਹ ਧਿਆਨ ਰੱਖਣਾ ਹੈ ਕਿ ਤੁਸੀਂ ਆਪਣੇ ਰੁਮਾਲ ਦਾ ਜਾਂ ਟਿਸ਼ੂ ਪੇਪਰ ਦਾ ਇਸਤੇਮਾਲ ਕਰਨਾ ਹੈ। ਜੇ ਤੁਹਾਡੇ ਕੋਲ ਰੁਮਾਲ ਜਾਂ ਟਿਸ਼ੂ ਪੇਪਰ ਨਾ ਹੋਵੇ ਤਾਂ ਤੁਸੀਂ ਆਪਣੀ ਮੁੜੀ ਵੀ ਬਾਜੂ 'ਚ ਇਸ ਤਰ੍ਹਾਂ ਖੰਘ ਸਕਦੇ ਹੋ ਜਾਂ ਛਿੰਕ ਸਕਦੇ ਹੋ। ਇਹਨੂੰ ਰੈਸਪੀਰੇਟਰੀ ਐਟੀਕੇਟਸ ਕਹਿੰਦੇ ਜਿਹਦਾ ਹਰ ਵੇਲੇ ਹਰ ਥਾਂ ਤੇ ਧਿਆਨ ਰੱਖਣਾ ਹੈ। ਲਾਸਟ ਬੇਸਿਕ ਜਿਹੜੀ ਜਾਣਕਾਰੀ ਇਹ ਹੈ ਕਿ ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੇ ਫਲੂ ਦੇ ਕੋਈ ਵੀ ਲੱਛਣ ਜਿਵੇਂ ਕਿ ਖੰਘ ਬੁਖਾਰ ਲੱਗਦਾ ਹੋਵੇ ਤਾਂ ਤੁਸੀਂ ਆਪਣੇ ਨੇੜੇ ਦੇ ਹਸਪਤਾਲ ਜਾ ਕੇ ਆਪਣੀ ਚੈੱਕ ਜ਼ਰੂਰ ਕਰਵਾਓ ਤਾਂ ਕਿ ਤੁਹਾਡੀ ਜਾਂਚ ਹੋਣ ਤੋਂ ਬਾਅਦ ਸਾਨੂੰ ਪਤਾ ਲੱਗ ਸਕੇ ਕਿ ਕੀ ਤੁਹਾਡੇ ਜਿਹੜੇ ਲੱਛਣ ਹੈ ਉਹ ਕੋਰੋਨਾ ਦੇ ਹੈ ਜਾਂ ਕਿਸੇ ਹੋਰ ਬਿਮਾਰੀ ਦੇ ਹੈ। ਇਹ ਤਾਂ ਹੋ ਗਈ ਬੇਸਿਕ ਇਨਫੋਰਮੇਸ਼ਨ ਜਿਹੜੀ ਹਰ ਬੰਦੇ ਨੇ ਮੰਨਣੀ ਹੈ। ਹੁਣ ਇੰਡਸਟਰੀ ਦੇ ਲਈ ਕੁਝ ਸਪੈਸੀਫਿਕ ਖਾਸ ਹਦਾਇਤਾਂ ਨੇ ਜਿਵੇਂ ਕਿ
ਸਭ ਤੋਂ ਪਹਿਲਾਂ ਅਸੀਂ ਇੰਡਸਟਰੀ ਨੂੰ ਇਹ ਹਦਾਇਤ ਦਿੱਤੀ ਹੈ ਕਿ ਉਹਨਾਂ ਨੇ ਆਪਣੇ ਜਿੰਨੇ ਵੀ ਕੰਮ ਹੈ ਉਹਨਾਂ 'ਚ 50% ਇੱਕ ਟਾਈਮ ਤੇ ਬੁਲਾਣੇ ਹੈ, ਯਾਨੀ ਉਹਨਾਂ ਨੇ ਆਪਣੀ ਸ਼ਿਫਟਾਂ ਦਾ ਸਮਾਂ ਇਸ ਪ੍ਰਕਾਰ ਦਾ ਕਰਨਾ ਹੈ ਕਿ 50% ਲੋਕ ਇੱਕ ਦਿਨ ਤੇ 50% ਲੋਕ ਦੂਜੇ ਦਿਨ ਆਉਣਗੇ। ਇਸ ਤੋਂ ਇਲਾਵਾ ਇਹ ਜਿਹੜੇ ਲੋਕ ਆਣਗੇ ਇਹਨਾਂ ਦਾ ਜਿਹੜਾ ਸ਼ਿਫਟਾਂ ਦਾ ਸਮਾਂ ਆਉਣ ਦਾ ਜਾਣ ਦਾ ਹੈ ਉਸ ਤਰ੍ਹਾਂ ਦਾ ਸਟੈਗਰ ਕੀਤਾ ਜਾਣਾ ਹੈ, ਵੱਖਰਾ ਵੱਖਰਾ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਕਿਸੇ ਵੀ ਵੇਲੇ ਆਉਂਦੇ ਵੇਲੇ ਜਾਂ ਜਾਂਦੇ ਵੇਲੇ ਇਹਨਾਂ ਦੀ ਭੀੜ ਇਕੱਠੀ ਨਾ ਹੋਵੇ। ਇਸ ਤੋਂ ਇਲਾਵਾ ਜਿਹੜੀ ਸ਼ਿਫਟਾਂ ਦਾ ਸਮਾਂ ਹੈ ਉਹ ਛੋਟਾ ਰੱਖਿਆ ਜਾਏ, 8 ਘੰਟੇ ਤੋਂ ਵੱਧ ਦੀ ਸ਼ਿਫਟ ਨਾ ਕੀਤੀ ਜਾਵੇ, ਸਰਕਾਰ ਵੱਲੋਂ ਹਿਦਾਇਤ ਕੀਤੀ ਜਾਂਦੀ ਹੈ। बीच बीच में घंटे का समा जो मिलता है एक शिफ्ट तो दूसरे शिफ्ट के विचकार उस वेले ਜਿਹੜੇ भी उपकरण इंस्ट्रूमेंट औजार ने उन्हों का डिसइनफैक्टेंट ਅਸੀਂ कर सकते हैं। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਅਸੀਂ ਕਈ ਵਾਰ ਦੱਸ ਚੁੱਕੇ ਨੇ ਕਿ डिसइनफैक्शन ਕਰਨ ਲਈ ਤੁਸੀਂ ਸਾਬਣ ਦਾ ਪਾਣੀ ਜਾਂ 1% ਹਾਈਪੋ ਤੇ ਘੋਲ ਦਾ ਇਸਤੇਮਾਲ ਕਰ ਸਕਦੇ ਹੋ। ਘਰ ਤੋਂ ਕੰਮ ਕਰਨ ਲਈ ਵਰਕ ਫਰਮ ਹੋਮ ਦੀ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਕੀਤੀ ਜਾਵੇ। ਇਸ ਤੋਂ ਇਲਾਵਾ ਜਿਹੜੇ ਵੀ ਭੀੜ ਵਾਲੇ ਇਲਾਕੇ ਜਿਵੇਂ ਖਾਣ ਦੀ ਕੈਂਟੀਨ ਜਾਂ ਚਾਹ ਦੀ ਥਾਂ ਹੁੰਦੀ ਉੱਥੇ ਮਾਰਕਿੰਗ ਬਣਾਈ ਜਾਏ ਤਾਂ ਕਿ ਲੋਕਾਂ ਨੂੰ ਇਹ ਆਪਣੇ ਦੋ ਲੋਕਾਂ ਦੇ ਵਿਚਕਾਰ ਸੋਸ਼ਲ ਡਿਸਟੈਂਸਿੰਗ ਦਾ ਪਤਾ ਰਹੇ ਔਰ ਦੂਰੀ ਮੇਨਟੇਨ ਕਰ ਸਕਣ। ਬਾਇਓਮੈਟ੍ਰਿਕ ਅਟੈਂਡੈਂਸ ਜਿਹੜੀ ਆਪਾਂ ਅੰਗੂਠੇ ਦੇ ਨਿਸ਼ਾਨ ਜਾਂ ਉਂਗਲੀ ਦੇ ਨਿਸ਼ਾਨ ਦੇ ਨਾਲ ਜਿਹੜੀ ਅਟੈਂਡੈਂਸ ਲੈਂਦੇ ਹੈ ਉਹਨੂੰ ਇਸ ਕੋਵਿਡ ਦੇ ਚਲਦੇ ਬੰਦ ਕਰਨ ਦੀ ਵੀ ਹਿਦਾਇਤ ਕੀਤੀ ਜਾਂਦੀ ਹੈ। ਜੇਕਰ ਤੁਹਾਡੇ ਜਿਹੜਾ ਇੰਸਟੀਟਿਊਸ਼ਨ ਹੈ ਜਾਂ ਤੁਹਾਡੀ ਫੈਕਟਰੀ 'ਚ ਲਿਫਟਾਂ ਲੱਗੀ ਹੋਈ ਹੈ ਤਾਂ ਕਾਈਂਡਲੀ ਧਿਆਨ ਰੱਖਿਆ ਜਾਵੇ ਕਿ ਲਿਫਟਾਂ ਦੇ ਬਾਹਰ ਜਾਂ ਲਿਫਟਾਂ ਦੇ ਵਿਚਕਾਰ ਸੈਨੀਟਾਈਜ਼ਰ ਰੱਖਿਆ ਜਾਵੇ ਅਤੇ ਜਦੋਂ ਵੀ ਕੋਈ ਬਟਨ ਨੱਪਣ ਤੋਂ ਬਾਅਦ ਆਪਣੇ ਹੱਥ ਜ਼ਰੂਰ ਸਾਫ਼ ਕਰ ਲਿੱਤੇ ਜਾਣ। ਰੈਸਪੀਰੇਟਰੀ ਐਟੀਕੇਟਸ ਅਸੀਂ ਤੁਹਾਨੂੰ ਪਹਿਲੇ ਹੀ ਦੱਸਿਆ ਕਿ ਖੰਘ ਤੇ ਛਿੱਕਣ ਦੇ ਆਪਣੀ ਕੋਣੀ ਦੇ ਕੋਸ਼ਿਸ਼ ਕਰਨੀ ਹੈ ਕਿ ਤੁਹਾਡੇ ਕੋਲ ਰੁਮਾਲ ਜਾਂ ਕੋਈ ਨੈਪਕਿਨ ਹੋਵੇ, ਨਹੀਂ ਤਾਂ ਤੁਸੀਂ ਆਪਣੀ ਮੁੜੀ ਵੀ ਕੋਣੀ 'ਚ ਤੁਸੀਂ ਇਸ ਤਰ੍ਹਾਂ ਛਿੰਕ ਜਾਂ ਖੰਘ ਸਕਦੇ ਹੋ। ਟਰਾਂਸਪੋਰਟੇਸ਼ਨ ਜੇ ਤੁਸੀਂ ਆਪਣੇ ਜਿਹੜੇ ਕਾਮਿਆਂ ਨੂੰ ਕਿਤੋਂ ਲੈ ਕੇ ਆਉਣਾ ਹੁੰਦਾ ਹੈ ਤਾਂ ਧਿਆਨ ਰੱਖੋ ਕਿ ਗਾੜੀ 'ਚ ਕੱਲਾ ਬੰਦਾ ਹੀ ਲਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਜੇ ਇੱਕ ਕਾਰ 'ਚ ਇੱਕ ਤੋਂ ਵੱਧ ਲੋਕ ਲਾਣੇ ਤਾਂ ਧਿਆਨ ਰੱਖਿਆ ਜਾਏ 2 ਤੋਂ ਵੱਧ ਲੋਕ ਨਾ ਆਏ। ਬੱਸਾਂ ਜੇ ਤੁਸੀਂ ਕੋਈ ਪਬਲਿਕ ਟਰਾਂਸਪੋਰਟ ਉਸ ਤਰ੍ਹਾਂ ਦਾ ਇਸਤੇਮਾਲ ਕਰ ਰਹੇ ਹੋ ਤਾਂ ਬੱਸਾਂ ਦੀ ਟੋਟਲ ਕੈਪੈਸਿਟੀ ਦਾ 30 ਤੋਂ 40% ਹੀ ਲੋਕਾਂ ਨੂੰ ਬੱਸ 'ਚ ਬਿਠਾਉਣਾ ਹੈ ਅਤੇ ਬੱਸ ਨੂੰ ਜਾਂ ਕੋਈ ਵੀ ਤੁਹਾਡਾ ਟਰਾਂਸਪੋਰਟੇਸ਼ਨ ਦਾ ਜਿਹੜਾ ਸਾਧਨ ਹੈ ਉਹਨੂੰ ਰੈਗੂਲਰ ਆਪਾਂ ਡਿਸਇਨਫੈਕਟੈਂਟ ਕਰਨਾ ਹੈ, ਜਿਹੜਾ ਅਸੀਂ ਤੁਹਾਨੂੰ ਪਹਿਲੇ ਦੱਸਿਆ ਹੈ ਕਿ ਸਾਬਣ ਦੇ ਪਾਣੀ ਦੇ ਨਾਲ ਹੋ ਸਕਦਾ ਹੈ ਜਾਂ 1% ਹਾਈਪੋ ਦੇ ਸੋਲੂਸ਼ਨ ਦੇ ਨਾਲ ਹੋ ਸਕਦਾ ਹੈ। ਤੁਹਾਡੇ ਜਿਹੜੇ ਫੈਕਟਰੀ ਦੇ ਇਨਡੋਰ ਏਰੀਆ ਜਿਹੜੇ ਬੰਦ ਏਰੀਆਜ਼ ਹੁੰਦੇ ਨੇ ਉਹਨਾਂ ਦਾ ਡੇਲੀ ਡਿਸਇਨਫੈਕਸ਼ਨ ਹੋਣਾ ਚਾਹੀਦਾ ਹੈ ਤੇ ਜਿਹੜੀ ਸਰਫੇਸ ਜਿਹੜੀ ਸਤਹਾਂ ਜ਼ਿਆਦਾ ਇਸਤੇਮਾਲ ਹੁੰਦੀ ਹੈ ਉਹਨਾਂ ਦੀ ਦਿਨ ਵਿੱਚ 2 ਵਾਰ ਡਿਸਇਨਫੈਕਸ਼ਨ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ। ਹੁਣ ਤੁਹਾਡੇ ਜਿਹੜੇ ਕੰਮ ਹੈ ਅਸੀਂ ਕੋਸ਼ਿਸ਼ ਇਹ ਕਰ ਰਹੇ ਨੇ ਸਾਰੇ ਲੋਕਾਂ ਨੂੰ ਸਮਝਾਉਣ ਦੀ ਕਿ ਸਿਰਫ ਉਹੀ ਫੈਕਟਰੀਆਂ ਇਸ ਵੇਲੇ ਇਫੈਕਟਿਵਲੀ ਚੱਲ ਸਕਦੀਆਂ ਜਿਹੜੇ ਕਾਮਿਆਂ ਨੂੰ ਆਪਣੇ ਪ੍ਰੈਮਾਈਸਿਸ ਆਪਣੇ ਬਾਉਂਡਰੀ ਵਾਲ 'ਚ ਰੱਖ ਕੇ ਆਪਣਾ ਕੰਮ ਕਰਵਾ ਸਕਦੀਆਂ। ਇੱਥੇ ਤੁਸੀਂ ਜ਼ਰੂਰ ਧਿਆਨ ਰੱਖਣਾ ਹੈ ਕਿ ਇਹਨਾਂ ਦੀ ਜਿਹੜੀ ਖਾਣ ਦੀ ਥਾਵਾਂ ਹੈ ਫੂਡ ਜਿੱਥੇ ਇਹਨਾਂ ਨੂੰ ਤੁਸੀਂ ਖਾਣਾ ਸਰਵ ਕਰਨਾ ਹੈ ਬ੍ਰੇਕਫਾਸਟ ਲੰਚ ਤੇ ਡਿਨਰ ਉੱਥੇ ਸੋਸ਼ਲ ਡਿਸਟੈਂਸਿੰਗ ਮੇਨਟੇਨ ਕੀਤੀ ਜਾਵੇ ਅਤੇ ਇੱਕ ਦੂਸਰੇ ਦੇ ਬਰਤਨ ਸਾਂਝੇ ਨਾ ਕੀਤੇ ਜਾਣ। ਦੂਜੀ ਰਾਤੀ ਜਦੋਂ ਇਹਨਾਂ ਸੌਣ ਦੀ ਥਾਂ ਉਹ ਪ੍ਰੋਪਰਲੀ ਵੈਂਟੀਲੇਟਡ ਹੋਣੀ ਚਾਹੀਦੀ ਹੈ ਅਤੇ ਇਹਨਾਂ ਦੀ ਸੌਣ ਦੇ ਥਾਵਾਂ ਦੇ ਵਿਚਕਾਰ ਵੀ ਘੱਟੋ ਘੱਟ 1 ਮੀਟਰ ਦੀ ਡਿਸਟੈਂਸ ਹੋਣੀ ਚਾਹੀਦੀ ਹੈ। ਇਹਨਾਂ ਦੇ ਜਿਹੜੇ ਟਾਇਲਟਸ ਹੈ ਉਹਨਾਂ ਦੀ ਸਫਾਈ ਦਾ ਵੀ ਪੂਰਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਅਤੇ ਇਹਨਾਂ ਦਾ ਵੀ ਡਿਸਇਨਫੈਕਸ਼ਨ ਰੈਗੂਲਰਲੀ ਤੌਰ ਤੇ ਕੀਤਾ ਜਾਣਾ ਚਾਹੀਦਾ ਹੈ ਤੇ ਇਹ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਜਿਹੜਾ ਤੁਸੀਂ ਪੋਂਚਾ ਜਾਂ ਝਾੜੂ ਬਾਹਰ ਦੀ ਸਿੰਕ ਦੇ ਲਈ ਇਸਤੇਮਾਲ ਕਰ ਰਹੇ ਹੋ ਉਹ ਜਿਹੜਾ ਅੰਦਰ ਕਮੋਡ ਤੇ ਟਾਇਲਟ ਸੀਟ ਦੀ ਸਫਾਈ ਲਈ ਉਸੇ ਉਪਕਰਨਾਂ ਦਾ ਇਸਤੇਮਾਲ ਨਾ ਕੀਤਾ ਜਾਏ, ਵੱਖਰੇ 2 ਸੈੱਟ ਰੱਖੇ ਜਾਣੇ ਚਾਹੀਦੇ ਨੇ। ਕਾਮਿਆਂ ਤੋਂ ਇਹ ਵੀ ਅਪੀਲ ਕੀਤੀ ਜਾਂਦੀ ਹੈ ਕਿ ਇਸ ਵੇਲੇ ਹੱਥ ਮਿਲਾਉਣ ਤੋਂ ਪਰਹੇਜ਼ ਕੀਤਾ ਜਾਵੇ ਅਤੇ ਕਿਸੇ ਵੀ ਤਰ੍ਹਾਂ ਦਾ ਧੂਮਰਪਾਨ ਜਾਂ ਤੰਬਾਕੂ ਚਬਾਉਣਾ ਅਤੇ ਥੂਕਣਾ ਇਸ ਵੇਲੇ ਪੂਰਨ ਤੌਰ ਤੇ ਵਰਜਿਤ ਹੈ, ਉਹਦਾ ਵੀ ਧਿਆਨ ਰੱਖਿਆ ਜਾਵੇ। ਇਸ ਤੋਂ ਬਾਵਜੂਦ ਵੀ ਜੇ ਤੁਹਾਡੇ ਮਨ 'ਚ ਕੋਈ ਸਵਾਲ ਹੈ ਤੁਸੀਂ ਜੇ ਕੋਈ ਲੱਗਦਾ ਹੈ ਕਿ ਤੁਹਾਡੇ ਕੁਝ ਜੈਨੂਇਨ ਕੰਸਰਨ ਹੈ ਤਾਂ ਤੁਸੀਂ ਸਾਡੀ ਹੈਲਪਲਾਈਨ 104 ਤੇ ਸੰਪਰਕ ਕਰ ਸਕਦੇ ਹੋ ਜਾਂ ਸਾਡਾ ਜਿਹੜਾ ਕੰਟਰੋਲ ਰੂਮ ਦਾ ਨੰਬਰ ਹੈ 0172 292 0074 ਇਸ ਤੇ ਵੀ ਸੰਪਰਕ ਕਰ ਸਕਦੇ ਹੋ ਜਾਂ ਸਾਡੇ ਮੋਬਾਈਲ ਨੰਬਰ 8872 090029 ਤੇ ਵੀ ਤੁਸੀਂ ਇਸ ਤੇ ਸੰਪਰਕ ਕਰ ਸਕਦੇ ਹੋ। ਅੰਤ ਵਿੱਚ ਅਸੀਂ ਕਰੋਨਾ ਵਾਇਰਸ ਦੇ ਖਿਲਾਫ ਲੜਾਈ ਵਿੱਚ ਤੁਹਾਡੇ ਸਹਿਯੋਗ ਲਈ ਤੁਹਾਡਾ ਬਹੁਤ ਧੰਨਵਾਦ ਕਰਦੇ ਨੇ ਅਤੇ ਅਸੀਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਕਿਰਪਾ ਕਰਕੇ ਜਿਹੜੀ ਸਮਾਜਿਕ ਦੂਰੀ ਉਹ ਬਣਾਏ ਰੱਖੋ ਤੇ ਆਪਣੇ ਹੱਥਾਂ ਦੀ ਸਫਾਈ ਦਾ ਖਾਸ ਧਿਆਨ ਰੱਖੋ। ਘਰ ਰਹੋ, ਸੁਰੱਖਿਅਤ ਰਹੋ ਤੇ ਸਿਹਤਮੰਦ ਰਹੋ। ਧੰਨਵਾਦ।